ਚੈਪਟਰ ਨੰਬਰ 12 ਸੱਚ ਦਲੇਰੀ। ਸਭ ਤੋਂ ਤੀਖਣ ਬੁੱਧ ਇਨਸਾਨ ਹੀ ਬਣੇ ਇਮਾਮ। ਬਜ਼ੁਰਗ ਨਾਇਬ ਨੇ ਸੰਗਤ ਦੇ ਵਿੱਚ ਫਰਮਾਇਆ, ਸਭ ਤੋਂ ਜ਼ੋਰਾਵਰ ਬਲਵਾਨ ਹੀ ਬਣੇ ਇਮਾਮ। ਹੋਰ ਇੱਕ ਨਾਇਬ ਨੇ ਉਸ ਨੂੰ ਪਰਤਾਇਆ, ਸ਼ਾਇਰ ਨਾਲੋਂ ਸ਼ਾਹਜਹਾਂ ਬਣਨਾ ਸੌਖਾ, ਭਾਵੇਂ ਕਵਿਤਾ ਕਵੀ ਦੀ ਇੱਕੋ ਇੱਕ ਜਗੀਰ, ਪਰ ਉਸ ਲਈ ਉੱਪਰਲੇ 2 ਗੁਣ ਨਾ ਕਾਫੀ ਜਦ ਤੱਕ ਹੋਰ 100 ਗੁਣਾ ਨਾਲ ਨਾ ਬਣੇ ਅਮੀਰ। ਅਵਾਰ ਇੱਕ ਕਹਾਣੀ ਸੁਣਾਇਆ ਕਰਦੇ ਨੇ। ਸਦੀਆਂ ਤੋਂ ਸੱਚ ਤੇ ਝੂਠ ਨਾਲੋਂ ਨਾਲ ਚੱਲਦੇ ਆ ਰਹੇ ਹਨ। ਸਦੀਆਂ ਤੋਂ ਉਹ ਝਗੜਦੇ ਰਹੇ ਹਨ ਕਿ ਦੋਹਾਂ ਵਿੱਚੋਂ ਕੌਣ ਤਕੜਾ, ਵਧੇਰੇ ਜ਼ਰੂਰੀ ਤੇ ਲਾਭਕਾਰੀ ਹੈ। ਝੂਠ ਕਹਿੰਦਾ ਮੈਂ ਹਾਂ ਤੇ ਸੱਚ ਕਹਿੰਦਾ ਮੈਂ ਹਾਂ। ਇਹ ਝਗੜਾ ਕਦੀ ਖਤਮ ਨਹੀਂ ਹੋਇਆ। ਇੱਕ ਦਿਨ ਉਹਨਾਂ ਨੇ ਫੈਸਲਾ ਕੀਤਾ ਕਿ ਦੁਨੀਆ ਵਿੱਚ ਜਾਈਏ ਤੇ ਲੋਕਾਂ ਤੋਂ ਪੁੱਛੀਏ। ਝੂਠ ਤੰਗ ਗਲੀਆਂ, ਵਿੰਗੀਆਂ ਟੇਡੀਆਂ ਵਿੱਚੋਂ ਦੀ ਹਰ ਕੋਨੇ ਵਿੱਚ ਝਾਤੀ ਮਾਰਦਾ, ਹਰ ਛੇਕ ਨੂੰ ਸੁੰਘਦਾ ਤੇ ਹਰ ਮੋੜ ਉੱਤੇ ਮੁੜਦਾ ਹੋਇਆ ਅੱਗੇ ਅੱਗੇ ਨੱਠਿਆ। ਸੱਚ ਵਿਸ਼ਾਲ ਤੇ ਸਿੱਧੀਆਂ ਸੜਕਾਂ ਉੱਤੇ ਸਿਰ ਉੱਚਾ ਚੁੱਕੀ ਮਾਣ ਨਾਲ ਤੁਰਦਾ ਰਿਹਾ। ਝੂਠ ਹਿਣ-ਹਿਣ ਕਰਦਾ ਰਿਹਾ। ਸੱਚ ਉਦਾਸ ਤੇ ਸੋਚਵਾਨ ਬਣਿਆ ਰਿਹਾ। ਕਈ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਉਹ ਲੰਘੇ, ਕਈ ਸੜਕਾਂ ਉਹਨਾਂ ਨੇ ਗਾਹੀਆਂ। ਉਹ ਰਾਜਿਆਂ ਦੇ ਗਏ, ਕਵੀਆਂ ਦੇ ਗਏ, ਖਾਨਾਂ, ਜੱਜਾਂ, ਸੌਦਾਗਰਾਂ, ਜੋਤਸ਼ੀਆਂ ਤੇ ਆਮ ਆਦਮੀਆਂ ਦੇ ਵੀ ਗਏ। ਜਿੱਥੇ ਵੀ ਝੂਠ ਦਿਸਦਾ, ਲੋਕ ਵਧੇਰੇ ਆਰਾਮ ਤੇ ਸੌਖ ਮਹਿਸੂਸ ਕਰਦੇ। ਉਹ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਦੇ ਤੇ ਇੱਕ ਦੂਜੇ ਨਾਲ ਝੂਠ ਬੋਲਦੇ ਹੋਏ ਹੱਸਦੇ, ਇਸ ਗੱਲ ਤੋਂ ਜਾਣੂ ਹੁੰਦਿਆਂ ਕਿ ਉਹ ਝੂਠ ਬੋਲ ਰਹੇ ਹਨ ਤੇ ਅੱਗੋਂ ਉਹਨਾਂ ਨਾਲ ਝੂਠ ਬੋਲਿਆ ਜਾ ਰਿਹਾ ਹੈ। ਤਾਂ ਵੀ ਉਹ ਬੇਫਿਕਰ ਤੇ ਖੁਸ਼ ਮਹਿਸੂਸ ਕਰਦੇ ਸਨ। ਉਹਨਾਂ ਨੂੰ ਕੋਈ ਸ਼ਰਮ ਨਹੀਂ ਸੀ ਆਉਂਦੀ ਕਿ ਉਹ ਇੱਕ ਦੂਜੇ ਨਾਲ ਧੋਖਾ ਕਰ ਰਹੇ ਸਨ ਤੇ ਝੂਠ ਬੋਲ ਰਹੇ ਸਨ। ਜਦੋਂ ਸੱਚ ਸਾਹਮਣੇ ਆਇਆ ਤਾਂ ਲੋਕਾਂ ਦੇ ਚਿਹਰੇ ਭੌਂ ਗਏ। ਉਹ ਇੱਕ ਦੂਜੇ ਤੋਂ ਨਜ਼ਰਾਂ ਬਚਾਉਣ ਲੱਗੇ। ਉਹਨਾਂ ਨਜ਼ਰਾਂ ਨੀਵੀਆਂ ਪਾ ਲਈਆਂ। ਲੋਕਾਂ ਨੇ ਆਪਣੇ ਖੰਜਰ ਫੜ ਲਏ। ਸੱਚ ਦੇ ਨਾਂ ਉੱਤੇ ਅਪਮਾਨਿਤ ਬੰਦੇ, ਅਪਮਾਨ ਕਰਨ ਵਾਲਿਆਂ ਦੇ ਖਿਲਾਫ, ਖਰੀਦਦਾਰ ਵਪਾਰੀਆਂ ਦੇ ਖਿਲਾਫ, ਆਮ ਆਦਮੀ ਖਾਨਾਂ ਦੇ ਖਿਲਾਫ ਤੇ ਖਾਨ ਸ਼ਾਹ ਦੇ ਖਿਲਾਫ ਉੱਠ ਖੜੇ ਹੋਏ। ਘਰ ਵਾਲੇ ਨੇ ਆਪਣੀ ਪਤਨੀ ਤੇ ਉਸਦੇ ਆਸ਼ਕ ਨੂੰ ਮਾਰ ਦਿੱਤਾ। ਖੂਨ ਵਹਿਣ ਲੱਗਾ। ਇਸ ਲਈ ਬਹੁਤੇ ਲੋਕ ਝੂਠ ਨੂੰ ਕਹਿਣ ਲੱਗੇ, ਸਾਨੂੰ ਛੱਡ ਕੇ ਨਾ ਜਾ, ਤੂੰ ਸਾਡਾ ਸਭ ਤੋਂ ਚੰਗਾ ਦੋਸਤ ਹੈ। ਤੇਰੇ ਨਾਲ ਜ਼ਿੰਦਗੀ ਵਧੇਰੇ ਸੌਖੀ ਤੇ ਆਰਾਮ ਵਾਲੀ ਹੈ। ਜਿੱਥੋਂ ਤੱਕ ਸੱਚ ਦਾ ਸਵਾਲ ਹੈ, ਇਹ ਸਾਡੇ ਲਈ ਸਿਵਾਏ ਮੁਸੀਬਤ ਦੇ ਹੋਰ ਕੁਝ ਨਹੀਂ ਲਿਆਉਂਦਾ। ਸਾਨੂੰ ਸੋਚਣਾ, ਮਹਿਸੂਸ ਕਰਨਾ, ਦੁੱਖ ਝੱਲਣਾ ਤੇ ਲੱਭਣਾ ਪੈਂਦਾ ਹੈ। ਕੀ ਬਹੁਤ ਸਾਰੇ ਨੌਜਵਾਨ ਸਿਪਾਹੀ, ਕਵੀ ਤੇ ਜਾਨਬਾਜ਼ ਪਹਿਲਾਂ ਹੀ ਇਸ ਦੀ ਖਾਤਰ ਜਾਨਾਂ ਨਹੀਂ ਦੇ ਚੁੱਕੇ? ਦੇਖਿਆ, ਝੂਠ ਸੱਚ ਨੂੰ ਕਹਿਣ ਲੱਗਾ, ਹੁਣ ਤੈਨੂੰ ਜ਼ਰੂਰ ਮੰਨਣਾ ਚਾਹੀਦਾ ਹੈ ਕਿ ਮੈਂ ਜ਼ਿਆਦਾ ਲੋੜੀਂਦਾ ਤੇ ਲਾਭਕਾਰੀ ਹਾਂ। ਜਿੱਥੇ ਵੀ ਕਿਤੇ ਅਸੀਂ ਗਏ ਹਾਂ, ਲੋਕਾਂ ਨੇ ਮੇਰਾ ਸਵਾਗਤ ਕੀਤਾ ਹੈ, ਨਾ ਕਿ ਤੇਰਾ। ਹਾਂ, ਅਸੀਂ ਧਰਤੀ ਉੱਤੇ ਕਈ ਵਸਦੀਆਂ ਥਾਵਾਂ ਉੱਤੇ ਗਏ ਹਾਂ। ਚੱਲ ਆ ਹੁਣ ਅਸੀਂ ਟੀਸੀਆਂ ਵੱਲ ਨੂੰ ਵੀ ਚੱਲੀਏ। ਆ ਅਸੀਂ ਨਿਰਮਲ ਪਹਾੜੀ ਚਸ਼ਮਿਆਂ ਦੀ, ਐਲਪਸ ਦੀਆਂ ਚਾਰਗਾਹਾਂ ਵਿੱਚ ਉੱਗਦੇ ਫੁੱਲਾਂ ਦੀ, ਟੀਸੀਆਂ ਉੱਤੇ ਸਦਾ ਲਈ ਚਮਕਦੀ ਬੇਦਾਗ ਬਰਫ਼ ਦੀ ਰਾਏ ਪੁੱਛੀਏ। ਟੀਸੀਆਂ ਉੱਤੇ ਜ਼ਿੰਦਗੀ ਹਜ਼ਾਰਾਂ ਸਾਲ ਪੁਰਾਣੀ ਹੈ। ਉੱਥੇ ਯੋਧਿਆਂ, ਦੇਵਾਂ, ਕਵੀਆਂ, ਸੰਤਾਂ ਤੇ ਸਾਧੂਆਂ ਦੇ ਅਮਰ ਕਾਰਨਾਮਿਆਂ ਦਾ ਵਾਸ ਹੈ। ਉੱਥੇ ਉਹਨਾਂ ਦੀਆਂ ਸੋਚਾਂ, ਉਹਨਾਂ ਦੇ ਗੀਤਾਂ ਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਵਾਸਾ ਹੈ। ਟੀਸੀਆਂ ਉੱਤੇ ਦੁਨੀਆ ਦੇ ਤੁੱਛ ਨਿੱਕੇ ਨਿੱਕੇ ਫਿਕਰਾਂ ਤੋਂ ਅਸ਼ੋਕ ਅਮਰਤਾ ਰਹਿੰਦੀ ਹੈ। ਨਹੀਂ, ਮੈਂ ਉੱਥੇ ਨਹੀਂ ਜਾਵਾਂਗਾ, ਝੂਠ ਬੋਲਿਆ। ਕਿਉਂ? ਕੀ ਤੈਨੂੰ ਉੱਚੀਆਂ ਥਾਵਾਂ ਤੋਂ ਡਰ ਲੱਗਦਾ ਹੈ? ਨੀਵੀਆਂ ਥਾਵਾਂ ਉੱਤੇ ਸਿਰਫ ਕਾਂ ਆਪਣੇ ਆਲ੍ਹਣੇ ਬਣਾਉਂਦੇ ਹਨ। ਉਕਾਬ ਉੱਚੇ ਤੋਂ ਉੱਚੇ ਪਹਾੜ ਤੋਂ ਵੀ ਉਤਾਂਹ ਉੱਡਦੇ ਹਨ। ਤੈਨੂੰ ਕਿਤੇ ਉਕਾਬ ਨਾਲੋਂ ਕਾਂ ਬਣਨਾ ਤਾਂ ਜ਼ਿਆਦਾ ਚੰਗਾ ਨਹੀਂ ਲੱਗਦਾ? ਮੈਨੂੰ ਪਤਾ ਹੈ ਤੈਨੂੰ ਡਰ ਲੱਗਦਾ। ਤੂੰ ਹਮੇਸ਼ਾ ਬੁਜ਼ਦਲ ਰਿਹਾ ਹੈ। ਤੂੰ ਵਿਆਹ ਵਿੱਚ ਖਾਣੇ ਦੇ ਮੇਜ਼ ਉੱਤੇ ਬੈਠਾ ਹੱਲਾ ਗੁੱਲਾ ਮਚਾ ਸਕਦਾ ਹੈ ਜਿੱਥੇ ਸ਼ਰਾਬ ਬਹਿ ਰਹੀ ਹੁੰਦੀ ਹੈ, ਪਰ ਤੂੰ ਬਾਹਰ ਜਾਣ ਤੋਂ ਡਰਦਾ ਹੈ
ਜਿੱਥੇ ਸ਼ਰਾਬ ਦੇ ਪਿਆਲੇ ਨਹੀਂ ਟੁਣਕਦੇ ਹੁੰਦੇ, ਸਗੋਂ ਖੰਜਰ ਛਣਕ ਰਹੇ ਹੁੰਦੇ ਹਨ। ਨਹੀਂ, ਮੈਂ ਤੇਰੀਆਂ ਟੀਸੀਆਂ ਤੋਂ ਡਰਦਾ ਨਹੀਂ, ਪਰ ਉੱਥੇ ਮੇਰੇ ਕਰਨ ਲਈ ਕੁਝ ਵੀ ਨਹੀਂ, ਕਿਉਂਕਿ ਉੱਥੇ ਲੋਕ ਨਹੀਂ ਵਸਦੇ। ਮੇਰੀ ਬਾਦਸ਼ਾਹਤ ਇੱਥੇ ਹੈ, ਹੇਠਾਂ, ਜਿੱਥੇ ਲੋਕ ਵਸਦੇ ਹਨ। ਇੱਥੇ ਮੇਰਾ ਨਿਰੰਕੁਸ਼ ਰਾਜ ਹੈ। ਉਹ ਸਾਰੇ ਮੇਰੀ ਪਰਜਾ ਹਨ। ਸਿਰਫ ਕੁਝ ਕੁ ਦਲੇਰ ਆਦਮੀ ਮੇਰਾ ਵਿਰੋਧ ਕਰਨ ਦੀ ਹਿੰਮਤ ਕਰਦੇ ਹਨ ਤੇ ਤੇਰਾ ਰਾਹ ਫੜਦੇ ਹਨ, ਸੱਚ ਦਾ ਰਾਹ। ਪਰ ਉਹਨਾਂ ਦੀ ਗਿਣਤੀ ਕੋਈ ਬਹੁਤੀ ਨਹੀਂ। ਹਾਂ, ਉਹ ਥੋੜ੍ਹੇ ਹਨ, ਪਰ ਉਹ ਯੋਧੇ ਹਨ ਤੇ ਉਹੀ ਹਨ ਜਿਨ੍ਹਾਂ ਨੂੰ ਕਵੀ ਆਪਣੇ ਅਤ ਚੰਗੇ ਗੀਤ ਸਮਰਪਣ ਕਰਦੇ ਹਨ। ਇੱਕੋ ਇੱਕ ਕਵੀ ਦੀ ਵਾਰਤਾ। ਇਹ ਵਾਰਤਾ ਮੈਂ ਅਬੂ ਤਾਲਬ ਤੋਂ ਸੁਣੀ ਸੀ। ਕਿਸੇ ਖਾਨਸ਼ਾਹੀ ਵਿੱਚ ਅਣਗਿਣਤ ਕਵੀ ਰਹਿੰਦੇ ਸਨ, ਜਿਹੜੇ ਪਿੰਡੋ ਪਿੰਡ ਆਪਣੇ ਗੀਤ ਸੁਣਾਉਂਦੇ ਹੁੰਦੇ ਸਨ। ਗਾਉਣ ਵੇਲੇ ਉਹ ਨਾਲ ਕਦੀ ਕੋਈ ਵਾਇਲਨ ਵਜਾਉਂਦਾ, ਕਦੀ ਕੋਈ ਡਫ, ਕਦੀ ਚੌਗੂਰ ਤੇ ਕੋਈ ਸੁਰਨਾ। ਜਦੋਂ ਕਦੀ ਖਾਨ ਆਪਣੇ ਹਰਮ ਤੋਂ ਜਾਂ ਰਾਜੇ ਦੇ ਮਾਮਲਿਆਂ ਤੋਂ ਵਿਹਲਾ ਹੁੰਦਾ ਤਾਂ ਉਹ ਉਹਨਾਂ ਦੇ ਗੀਤ ਸੁਣਨਾ ਪਸੰਦ ਕਰਦਾ ਸੀ। ਇੱਕ ਦਿਨ ਉਸਨੇ ਕਿਸੇ ਖਾਨ ਦੇ ਜ਼ੁਲਮ, ਅਨਿਆਂ ਤੇ ਹਿਰਸ ਬਾਰੇ ਗੀਤ ਗਾਉਂਦਿਆਂ ਸੁਣਿਆ। ਉਹ ਲੋਹਾ ਲਾਖਾ ਹੋ ਗਿਆ ਤੇ ਹੁਕਮ ਦਿੱਤਾ ਕਿ ਇਸ ਬਦਰੋਹ ਗੀਤ ਦੇ ਰਚਨਹਾਰੇ ਨੂੰ ਫੜ ਕੇ ਮੇਰੇ ਮਹਿਲਾਂ ਵਿੱਚ ਹਾਜ਼ਰ ਕੀਤਾ ਜਾਏ। ਗੀਤ ਦਾ ਰਚਨਹਾਰਾ ਕਿਤੇ ਨਾ ਮਿਲਿਆ, ਸੋ ਵਜ਼ੀਰਾਂ ਤੇ ਨੌਕਰਾਂ ਨੂੰ ਹੁਕਮ ਹੋਇਆ ਕਿ ਖਾਨਸ਼ਾਹੀ ਵਿਚਲੇ ਸਾਰੇ ਕਵੀ ਗ੍ਰਿਫਤਾਰ ਕਰ ਲਏ ਜਾਣ। ਖਾਨ ਦੇ ਬੰਦਿਆਂ ਨੇ ਪਿੰਡ, ਸੜਕਾਂ, ਪਹਾੜੀ ਰਸਤੇ ਤੇ ਦੂਰ ਦੂਰ ਦੀਆਂ ਘਾਟੀਆਂ ਵੀ ਛਾਣ ਮਾਰੀਆਂ। ਉਹਨਾਂ ਨੇ ਸਾਰੇ ਬੰਦੇ ਫੜ ਲਏ ਜਿਹੜੇ ਵੀ ਗੀਤ ਲਿਖਦੇ ਜਾਂ ਗਾਉਂਦੇ ਸਨ ਤੇ ਉਹਨਾਂ ਨੂੰ ਮਹੱਲ ਦੇ ਭੋਰਿਆਂ ਵਿੱਚ ਸੁੱਟ ਦਿੱਤਾ। ਸਵੇਰੇ ਖਾਨ ਗ੍ਰਿਫਤਾਰ ਕੀਤੇ ਕਵੀਆਂ ਸਾਹਮਣੇ ਆਇਆ। ਤੁਹਾਡੇ ਵਿੱਚੋਂ ਹਰ ਕੋਈ ਆਪਣਾ ਇੱਕ ਇੱਕ ਗੀਤ ਮੈਨੂੰ ਸੁਣਾਏ, ਉਸਨੇ ਹੁਕਮ ਦਿੱਤਾ। ਕਵੀ ਇੱਕ ਇੱਕ ਕਰਕੇ ਖਾਨ ਦੀਆਂ ਸਿਫਤਾਂ, ਉਸਦੀ ਤੀਖਣ ਬੁੱਧੀ, ਤਰਸਵਾਨ ਦਿਲ, ਖੂਬਸੂਰਤ ਬੇਗਮਾਂ, ਤਾਕਤ ਤੇ ਸ਼ਾਨੋ ਸ਼ੌਕਤ ਦੇ ਗੀਤ ਗਾਉਣ ਲੱਗੇ। ਉਹ ਗਾ ਗਾ ਕੇ ਦੱਸਣ ਲੱਗੇ ਕਿ ਇਸ ਤੋਂ ਪਹਿਲਾਂ ਧਰਤੀ ਉੱਤੇ ਕਦੀ ਇਹੋ ਜਿਹਾ ਮਹਾਨ ਤੇ ਇਨਸਾਫ ਪਸੰਦ ਖਾਨ ਪੈਦਾ ਨਹੀਂ ਹੋਇਆ। ਇੱਕ ਇੱਕ ਕਰਕੇ ਗ੍ਰਿਫਤਾਰ ਕੀਤੇ ਕਵੀ ਛੱਡ ਦਿੱਤੇ ਗਏ। ਸਿਰਫ 3 ਭੋਰੇ ਵਿੱਚ ਪਏ ਰਹਿ ਗਏ ਜਿਨ੍ਹਾਂ ਨੇ ਖਾਨ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਸੀ। ਉਹਨਾਂ ਨੂੰ ਫਿਰ ਬੰਦ ਕਰ ਦਿੱਤਾ ਗਿਆ ਤੇ ਲੱਗਦਾ ਸੀ ਕਿ ਖਾਨ ਉਹਨਾਂ ਨੂੰ ਭੁੱਲ ਭੁਲਾ ਗਿਆ ਹੈ। 3 ਮਹੀਨਿਆਂ ਪਿੱਛੋਂ ਖਾਨ ਮੁੜ ਕੇ ਆਪਣੇ ਕੈਦੀਆਂ ਕੋਲ ਆਇਆ। ਅੱਛਾ, ਹੁਣ ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਆਪਣਾ ਆਪਣਾ ਇੱਕ ਗੀਤ ਸੁਣਾਓਗੇ। 3 ਵਿੱਚੋਂ ਇੱਕ ਨੇ ਇੱਕਦਮ ਖਾਨ ਦੀ, ਉਸਦੀ ਤੀਖਣ ਬੁੱਧੀ, ਤਰਸਵਾਨ ਦਿਲ, ਖੂਬਸੂਰਤ ਬੇਗਮਾਂ, ਤਾਕਤ ਤੇ ਸ਼ਾਨੋ ਸ਼ੌਕਤ ਦੀ ਸਿਫਤ ਕਰਦਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਉਸਨੇ ਗਾਇਆ ਕਿ ਧਰਤੀ ਉੱਤੇ ਇਹੋ ਜਿਹਾ ਮਹਾਨ ਤੇ ਇਨਸਾਫ ਪਸੰਦ ਖਾਨ ਪਹਿਲਾਂ ਕਦੀ ਨਹੀਂ ਪੈਦਾ ਹੋਇਆ। ਗਾਉਣ ਵਾਲੇ ਨੂੰ ਛੱਡ ਦਿੱਤਾ ਗਿਆ, ਪਰ ਦੂਜੇ ਦੋਹਾਂ ਨੇ ਅਜੇ ਵੀ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਚੌਂਕ ਵਿੱਚ ਤਿਆਰ ਕੀਤੀਆਂ ਗਈਆਂ 2 ਸੂਲੀਆਂ ਤੱਕ ਲਿਆਂਦਾ ਗਿਆ। ਤੁਹਾਨੂੰ ਜਿੰਦਾ ਜਲਾ ਦਿੱਤਾ ਜਾਏਗਾ, ਖਾਨ ਨੇ ਉਹਨਾਂ ਨੂੰ ਰੋਹ ਨਾਲ ਦੱਸਿਆ। ਆਖਰੀ ਵਾਰੀ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਮੈਨੂੰ ਆਪਣਾ ਘੱਟੋ ਘੱਟ ਇੱਕ ਇੱਕ ਗੀਤ ਸੁਣਾਓ। ਉਹਨਾਂ ਵਿੱਚੋਂ ਇੱਕ ਨੇ ਹਾਰ ਮੰਨ ਲਈ ਤੇ ਖਾਨ ਦੀ, ਉਸਦੀ ਤੀਖਣ ਬੁੱਧੀ, ਤਰਸਵਾਨ ਦਿਲ, ਖੂਬਸੂਰਤ ਬੇਗਮਾਂ, ਤਾਕਤ ਤੇ ਸ਼ਾਨੋ ਸ਼ੌਕਤ ਦੀ ਸਿਫਤ ਕਰਦਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਉਸਨੇ ਗਾਇਆ ਕਿ ਧਰਤੀ ਉੱਤੇ ਇਹੋ ਜਿਹਾ ਮਹਾਨ ਤੇ ਇਨਸਾਫ ਪਸੰਦ ਆਦਮੀ ਪਹਿਲਾਂ ਕਦੀ ਨਹੀਂ ਹੋਇਆ। ਉਸ ਨੂੰ ਵੀ ਛੱਡ ਦਿੱਤਾ ਗਿਆ। ਸਿਰਫ ਇੱਕ ਕਵੀ ਰਹਿ ਗਿਆ, ਇਨਕਾਰ ਕਰਨ ਵਾਲਿਆਂ ਵਿੱਚੋਂ ਆਖਰੀ। ਇਸ ਨੂੰ ਸੂਲੀ ਨਾਲ ਬੰਨ੍ਹ ਦਿਓ ਤੇ ਅੱਗ ਬਾਲ ਦਿਓ, ਖਾਨ ਨੇ ਹੁਕਮ ਦਿੱਤਾ। ਕਵੀ ਨੇ ਇੱਕਦਮ ਖਾਨ ਦੇ ਜ਼ੁਲਮ, ਅਨਿਆਂ ਤੇ ਹਿਰਸ ਬਾਰੇ ਉਹੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਇਹ ਸਭ ਕੁਝ ਸ਼ੁਰੂ ਹੋਇਆ ਸੀ। ਇਸ ਨੂੰ ਇੱਕਦਮ ਛੱਡ ਦਿਓ, ਅੱਗ ਤੋਂ ਪਰੇ ਲੈ ਜਾਓ, ਖਾਨ ਚਿল্ਲਾਇਆ। ਮੈਂ ਆਪਣੀ ਬਾਦਸ਼ਾਹਤ ਵਿਚਲੇ ਇੱਕੋ ਇੱਕ ਅਸਲੀ ਕਵੀ ਨੂੰ ਨਹੀਂ ਗਵਾਉਣਾ ਚਾਹੁੰਦਾ। ਗੱਲ ਇਹ ਨਹੀਂ ਕਿ ਮੈਂ ਇਹ ਸੋਚਦਾ ਹੋਵਾਂ ਕਿ ਇਸ ਤਰ੍ਹਾਂ ਦੇ ਸਿਆਣੇ ਤੇ ਉੱਚੇ ਸੁੱਚੇ ਖਾਨ ਕਦੀ ਮੌਜੂਦ ਰਹੇ ਨੇ।
ਅਬੂ ਤਾਲਬ ਨੇ ਅਖੀਰ ਵਿੱਚ ਕਿਹਾ। ਪਰ ਇਸ ਤਰ੍ਹਾਂ ਦੇ ਕਵੀ ਵੀ ਤਾਂ ਕੋਈ ਬਹੁਤੇ ਨਹੀਂ। ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇੱਕ ਵਾਰੀ ਸ਼ਾਮਿਲ ਨੂੰ ਪੁੱਛਿਆ ਗਿਆ, ਇਮਾਮ, ਤੁਸੀਂ ਕਵਿਤਾ ਲਿਖਣ ਅਤੇ ਗਾਉਣ ਉੱਤੇ ਕਿਉਂ ਪਾਬੰਦੀ ਲਾ ਦਿੱਤੀ ਹੈ? ਸ਼ਾਮਿਲ ਨੇ ਜਵਾਬ ਦਿੱਤਾ, ਮੈਂ ਚਾਹੁੰਦਾ ਹਾਂ ਕਿ ਇਸ ਨਾਲ ਸਿਰਫ ਅਸਲੀ ਕਵੀ ਰਹਿ ਜਾਣ। ਉਹ ਤਾਂ ਵੀ ਕਵਿਤਾ ਲਿਖੀ ਜਾਣਗੇ, ਪਰ ਦੰਭੀ ਅਤੇ ਝੂਠੇ ਲੋਕ ਜਿਹੜੇ ਆਪਣੇ ਆਪ ਨੂੰ ਕਵੀ ਅਖਵਾਉਂਦੇ ਹਨ, ਮੇਰੇ ਫਰਮਾਨ ਤੋਂ ਡਰ ਜਾਣਗੇ, ਲਿਖਣਾ ਬੰਦ ਕਰ ਦੇਣਗੇ ਅਤੇ ਇਸ ਤਰ੍ਹਾਂ ਲੋਕਾਂ ਨੂੰ ਅਤੇ ਆਪਣੇ ਆਪ ਨੂੰ ਧੋਖਾ ਦੇਣ ਤੋਂ ਬਾਜ਼ ਆ ਜਾਣਗੇ। ਇਮਾਮ, ਤੁਸੀਂ ਅਰਾਕਾਨ ਦੇ ਸਈਦ ਦੀਆਂ ਕਵਿਤਾਵਾਂ ਕਿਉਂ ਦਰਿਆ ਵਿੱਚ ਸੁੱਟ ਦਿੱਤੀਆਂ? ਅਸਲੀ ਕਵਿਤਾਵਾਂ ਦਰਿਆ ਵਿੱਚ ਨਹੀਂ ਡੁੱਬ ਸਕਦੀਆਂ ਕਿਉਂਕਿ ਉਹ ਲੋਕਾਂ ਦੇ ਦਿਲਾਂ ਵਿੱਚ ਰਹਿੰਦੀਆਂ ਨੇ। ਜੇ ਕਵਿਤਾਵਾਂ ਦੀ ਕੀਮਤ ਸਿਰਫ ਕਾਗਜ਼ ਜਿੰਨੀ ਹੀ ਹੈ ਜਿਸ ਉੱਤੇ ਉਹ ਲਿਖੀਆਂ ਹੁੰਦੀਆਂ ਹਨ, ਤਾਂ ਫਿਰ ਉਹਨਾਂ ਦਾ ਉਹੀ ਹਸ਼ਰ ਹੋਣਾ ਚਾਹੀਦਾ ਹੈ। ਐਸੀਆਂ ਕਵਿਤਾਵਾਂ ਲਿਖਣ ਦੀ ਥਾਂ ਜਿਹੜੀਆਂ ਪਾਣੀ ਦੀ ਰੌ ਨਾਲ ਵਹਿ ਜਾਣਗੀਆਂ, ਸਈਦ ਨੂੰ ਕਿਸੇ ਲਾਭਕਾਰੀ ਕੰਮ ਵਿੱਚ ਜੁਟਣਾ ਚਾਹੀਦਾ ਹੈ। ਕਹਿੰਦੇ ਨੇ ਜਦੋਂ ਮਹਾਨ ਕਵੀ ਮਹਿਮੂਦ ਮਰ ਗਿਆ ਤਾਂ ਉਸ ਦੇ ਗੁੰਮਜ਼ਦਾ ਪਿਓ ਨੇ ਮਹਿਮੂਦ ਦੀਆਂ ਹੱਥ ਲਿਖਤਾਂ ਵਾਲਾ ਝੋਲਾ ਚੁੱਕਿਆ ਅਤੇ ਅੱਗ ਵਿੱਚ ਸੁੱਟ ਦਿੱਤਾ। ਸੜ ਜਾਓ ਲਾਹਣਤੀ ਕਾਗਜ਼ੋ, ਤੁਹਾਡੇ ਕਰਕੇ ਮੇਰਾ ਪੁੱਤ ਅਣਿਆਈ ਮੌਤੇ ਮਰਿਆ। ਕਾਗਜ਼ ਸਾਰੇ ਸੜ ਗਏ, ਪਰ ਮਹਿਮੂਦ ਦੀਆਂ ਕਵਿਤਾਵਾਂ ਅਜੇ ਵੀ ਸਾਡੇ ਕੋਲ ਹਨ। ਉਸ ਦਾ ਲਿਖਿਆ ਇੱਕ ਲਫ਼ਜ਼ ਵੀ ਨਹੀਂ ਭੁਲਾਇਆ ਗਿਆ। ਉਸ ਦੇ ਗੀਤ ਲੋਕਾਂ ਦੇ ਦਿਲਾਂ ਵਿੱਚ ਰਹਿੰਦੇ ਹਨ ਅਤੇ ਅੱਗ ਜਾਂ ਪਾਣੀ ਤੋਂ ਉਹਨਾਂ ਨੂੰ ਨੁਕਸਾਨ ਨਹੀਂ ਪੁੱਜ ਸਕਦਾ ਕਿਉਂਕਿ ਉਹਨਾਂ ਵਿੱਚ ਸੱਚ ਦੀ ਆਵਾਜ਼ ਹੈ। ਪਿਤਾ ਜੀ ਹਮੇਸ਼ਾ ਹੱਸਿਆ ਕਰਦੇ ਸਨ। ਉਹਨਾਂ ਲੋਕਾਂ ਉੱਤੇ ਜਿਹੜੇ ਬੁਰੀ ਨਜ਼ਰ ਤੋਂ ਡਰਦੇ ਸਨ ਅਤੇ ਰਾਤ ਨੂੰ ਚੋਰੀ ਚੋਰੀ ਸਫ਼ਰ ਲਈ ਨਿਕਲਦੇ ਸਨ। ਉਹਨਾਂ ਉੱਪਰ ਜਿਹੜੇ ਆਪਣੇ ਕਾਠੀਆਂ ਨਾਲ ਲਟਕਦੇ ਝੋਲਿਆਂ ਨੂੰ ਵੱਟਿਆਂ ਨਾਲ ਭਰ ਲੈਂਦੇ ਸਨ ਤਾਂ ਕਿ ਲੋਕੀ ਸਮਝਣ ਕਿ ਉਹ ਰੋਟੀ ਨਾਲ ਭਰੇ ਹੋਏ ਹਨ। ਉਹਨਾਂ ਸ਼ਿਕਾਰੀਆਂ ਉੱਪਰ ਜਿਹੜੇ ਤਿੱਤਰ ਦੀ ਥਾਂ ਕਾਂ ਮਾਰ ਕੇ ਲੈ ਆਉਂਦੇ ਸਨ। ਅਬੂ ਤਾਲਬ ਨੇ ਮੈਨੂੰ ਇਹ ਕਹਾਣੀ ਸੁਣਾਈ ਸੀ। ਇੱਕ ਗਰੀਬ ਅਮੀਰ ਲੱਗਣਾ ਚਾਹੁੰਦਾ ਸੀ। ਹਰ ਰੋਜ਼ ਉਹ ਪੰਚਾਇਤ ਘਰ ਵਿੱਚ ਆਉਂਦਾ, ਦੇਖਣ ਨੂੰ ਜ਼ਿੰਦਗੀ ਨਾਲ ਪ੍ਰਸੰਨ, ਮੂੰਹ ਉੱਤੇ ਮੁਸਕਰਾਹਟਾਂ ਅਤੇ ਮੁੱਛਾਂ ਨੂੰ ਖੂਬ ਤੇਲ ਲੱਗਾ ਹੋਇਆ, ਜਿਵੇਂ ਕਿ ਉਹ ਨਰਮ ਨਰਮ ਬਛੜੇ ਦਾ ਮਾਸ ਖਾ ਕੇ ਆਇਆ ਹੋਵੇ। ਗਰੀਬ ਆਦਮੀ ਉੱਚੀ ਉੱਚੀ ਫੜਾ ਮਾਰਦਾ ਹੁੰਦਾ ਸੀ, ਉਹ ਕਿਆ ਚਰਬੀਦਾਰ ਲੇਲਾ ਮੈਂ ਅੱਜ ਖਾਣੇ ਲਈ ਕੱਟਿਆ ਸੀ, ਕਿਆ ਨਰਮ ਅਤੇ ਸਵਾਦੀ ਮਾਸ ਸੀ। ਇਹ ਹਰ ਰੋਜ਼ ਮਾਰਨ ਲਈ ਲੇਲਾ ਕਿੱਥੋਂ ਲੈ ਆਉਂਦਾ ਹੈ? ਉਸ ਦੇ ਪਿੰਡ ਵਾਸੀ ਹੈਰਾਨ ਸਨ। ਸਾਨੂੰ ਜ਼ਰੂਰ ਪੜਤਾਲ ਕਰਨੀ ਚਾਹੀਦੀ ਹੈ। ਫੁਰਤੀਲੇ ਨੌਜਵਾਨ ਉਸ ਦੀ ਸਕਲੀਆ ਦੀ ਛੱਤ 'ਤੇ ਜਾ ਚੜ੍ਹੇ ਅਤੇ ਚੌੜੇ ਸਾਰੇ ਧੂੰਕੁਸ਼ ਦੇ ਵਿੱਚੋਂ ਦੀ ਹੇਠਾਂ ਦੇਖਣ ਲੱਗੇ। ਉਹਨਾਂ ਦੇਖਿਆ ਕਿ ਗਰੀਬ ਆਦਮੀ ਪੁਰਾਣੀ ਕਿਸੇ ਦੀ ਸੁੱਟੀ ਹੱਡੀ ਉਬਾਲ ਰਿਹਾ ਹੈ, ਤਰੀ ਦੇ ਉੱਤੇ ਆਉਂਦੇ ਥਿੰਦੇ ਦੇ ਤੁਪਕੇ ਇਕੱਠੇ ਕਰ ਰਿਹਾ ਹੈ ਅਤੇ ਉਹਨਾਂ ਨੂੰ ਆਪਣੀਆਂ ਮੁੱਛਾਂ ਉੱਤੇ ਮਲ ਰਿਹਾ ਹੈ। ਫਿਰ ਉਸਨੇ ਕੁਝ ਧਨੀਆ ਬਣਾ ਕੇ ਖਾਧਾ। ਉਸ ਦੇ ਘਰ ਇਹ ਇੱਕੋ ਇੱਕ ਖੁਰਾਕ ਸੀ। ਮੁੰਡੇ ਜਲਦੀ ਨਾਲ ਛੱਤ ਤੋਂ ਉਤਰੇ ਅਤੇ ਸਕਲੀਆ ਵਿੱਚ ਜਾ ਵੜੇ। ਸਲਾਮ ਅਲੈਕਮ। ਅਸੀਂ ਐਵੇਂ ਕੋਲੋਂ ਦੀ ਲੰਘ ਰਹੇ ਸਾਂ ਅਤੇ ਸੋਚਿਆ ਕਿ ਆਪਣੇ ਧਨਾੜ ਗੁਆਂਢੀ ਨੂੰ ਹੀ ਮਿਲ ਚੱਲੀਏ। ਤੁਸੀਂ ਜ਼ਰਾ ਦੇਰ ਨਾਲ ਆਇਓ, ਮੈਂ ਹੁਣੇ ਹੀ ਬਸ ਚਰਬੀ ਵਾਲਾ ਬਛੜਾ ਖਾ ਕੇ ਹਟਿਆ ਹਾਂ। ਦਰਅਸਲ ਮੈਂ ਬਸ ਬਾਹਰ ਜਾਣ ਹੀ ਵਾਲਾ ਸਾਂ। ਤਾਂ ਫਿਰ ਸਾਨੂੰ ਸਿਰਫ ਇਹ ਦੱਸ ਕਿ ਤੂੰ ਇੰਨਾ ਖੂਬਸੂਰਤ ਧਨੀਆ ਕਿੱਥੋਂ ਲੈਂਦਾ ਹੈ? ਗਰੀਬ ਸਮਝ ਗਿਆ ਕਿ ਉਹਨਾਂ ਨੂੰ ਉਸ ਦੇ ਭੇਤ ਦਾ ਪਤਾ ਲੱਗ ਗਿਆ ਹੈ। ਮੁੜ ਕੇ ਉਹ ਕਦੀ ਵੀ ਆਪਣੀਆਂ ਮੁੱਛਾਂ ਨੂੰ ਚੋਪੜ ਕੇ ਨਾ ਨਿਕਲਿਆ। ਇੱਕ ਯਾਦ, ਮੈਂ ਜਦੋਂ ਛੋਟਾ ਜਿਹਾ ਹੁੰਦਾ ਸਾਂ ਤਾਂ ਮੈਨੂੰ ਇੱਕ ਵਾਰੀ ਪਿਤਾ ਜੀ ਨੇ ਖੂਬ ਕੁੱਟਿਆ। ਮੈਨੂੰ ਨਹੀਂ ਯਾਦ ਕਿ ਕਿੰਨੀਆਂ ਪਈਆਂ, ਪਰ ਉਹਨਾਂ ਦਾ ਕਾਰਨ ਮੈਂ ਨਹੀਂ ਭੁੱਲਿਆ। ਉਸ ਦਿਨ ਸਵੇਰੇ ਵੈਸੇ ਤਾਂ ਮੈਂ ਘਰੋਂ ਸਕੂਲ ਲਈ ਹੀ ਗਿਆ ਸਾਂ, ਪਰ ਅਸਲ ਵਿੱਚ ਮੈਂ ਇੱਕ ਮੋੜ ਮੁੜਿਆ, ਫਿਰ ਦੂਜਾ ਮੋੜ ਮੁੜਿਆ ਅਤੇ ਉਸ ਦਿਨ ਮੈਂ ਸਕੂਲ ਤੱਕ ਬਿਲਕੁਲ ਨਾ ਪੁੱਜਾ। ਸ਼ਾਮ ਤੱਕ ਮੈਂ ਬਾਜ਼ਾਰੀ ਮੁੰਡਿਆਂ ਨਾਲ ਗੋਲੀਆਂ ਖੇਡਦਾ ਰਿਹਾ। ਪਿਤਾ ਜੀ ਨੇ ਮੈਨੂੰ ਕਿਤਾਬਾਂ ਖਰੀਦਣ ਲਈ ਕੁਝ ਪੈਸੇ ਦਿੱਤੇ ਸਨ, ਪਰ ਮੈਂ ਦੁਨੀਆ ਦੀ ਹਰ ਚੀਜ਼ ਨੂੰ ਭੁੱਲਦਾ ਹੋਇਆ ਉਹ ਪੈਸੇ ਜੂਏ ਵਿੱਚ ਹਾਰ ਦਿੱਤੇ। ਬੇਸ਼ੱਕ ਉਹ ਜਲਦੀ ਹੀ ਉੱਡ ਗਏ, ਮੈਂ
ਹੋਰ ਪੈਸੇ ਲੈਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਕੀਤੀ। ਜਦੋਂ ਜੂਏ ਵਾਲੀ ਖੇਡ ਵਿੱਚ ਤੁਸੀਂ ਕੋਈ ਪੈਸੇ ਗੁਆ ਬੈਠਦੇ ਹੋ ਤਾਂ ਤੁਸੀਂ ਸੋਚਣ ਲੱਗਦੇ ਹੋ ਕਿ ਜੇ ਕਿਤੇ ਤੁਹਾਡੇ ਹੱਥ 5 ਕੋਪੇਕ ਹੋਰ ਆ ਜਾਣ ਤਾਂ ਤੁਸੀਂ ਆਪਣਾ ਘਾਟਾ ਪੂਰਾ ਕਰ ਲਵੋਗੇ, ਸਗੋਂ ਕੁਝ ਜਿੱਤ ਵੀ ਲਵੋਗੇ। ਮੈਨੂੰ ਯਕੀਨ ਸੀ ਕਿ ਜੇ ਮੇਰੇ ਹੱਥ ਕੁਝ ਪੈਸੇ ਲੱਗ ਜਾਣ ਤਾਂ ਮੈਂ ਆਪਣਾ ਨੁਕਸਾਨ ਪੂਰਾ ਕਰ ਸਕਦਾ ਹਾਂ। ਜਿਨ੍ਹਾਂ ਮੁੰਡਿਆਂ ਨਾਲ ਮੈਂ ਖੇਡ ਰਿਹਾ ਸਾਂ ਉਹਨਾਂ ਤੋਂ ਕੁਝ ਪੈਸੇ ਮੰਗੇ। ਉਹਨਾਂ ਵਿੱਚੋਂ ਇੱਕ ਵੀ ਇਸ ਲਈ ਤਿਆਰ ਨਹੀਂ ਸੀ। ਜੂਆ ਖੇਡਦਿਆਂ ਹਾਰਨ ਵਾਲੇ ਨੂੰ ਪੈਸੇ ਉਧਾਰੇ ਦੇਣਾ ਭੈੜਾ ਸ਼ਗਨ ਮੰਨਿਆ ਜਾਂਦਾ ਹੈ, ਕਿਉਂਕਿ ਫਿਰ ਤੁਸੀਂ ਵੀ ਜ਼ਰੂਰ ਹਾਰਨ ਲੱਗ ਪਵੋਗੇ। ਇਸ ਲਈ ਮੈਨੂੰ ਇੱਕ ਹੋਰ ਤਰਕੀਬ ਸੁੱਝੀ। ਮੈਂ ਘਰੋਂ ਘਰੀ ਫਿਰਨ ਲੱਗਾ, ਇਹ ਕਹਿੰਦਿਆਂ ਹੋਇਆਂ ਕਿ ਭਲਕੇ ਪੇਖਲੇਵਾਨ ਤੋਂ ਪ੍ਰਾਹੁਣੇ ਆਉਣ ਵਾਲੇ ਹਨ, ਇਸ ਲਈ ਮੈਨੂੰ ਉਹਨਾਂ ਵਾਸਤੇ ਪੈਸੇ ਅਗਰਾਉਣ ਲਈ ਭੇਜਿਆ ਗਿਆ ਹੈ। ਬੇਘਰੇ ਤੇ ਭੁੱਖੇ ਕੁੱਤੇ ਨੂੰ ਕੀ ਮਿਲਦਾ ਹੈ ਜਦੋਂ ਉਹ ਦਰ-ਦਰ ਭਟਕਦਾ ਫਿਰਦਾ ਹੈ? ਹੱਡੀ ਜਾਂ ਸੋਟੀ? ਮੇਰੇ ਨਾਲ ਵੀ ਉਹੀ ਹੋਇਆ। ਕਿਸੇ ਨੇ ਮੈਨੂੰ ਖਾਲੀ ਹੱਥ ਭੇਜ ਦਿੱਤਾ ਤੇ ਕਿਸੇ ਨੇ ਮੈਨੂੰ ਇੱਕ ਅੱਧਾ ਸਿੱਕਾ ਦੇ ਦਿੱਤਾ, ਉਹ ਵੀ ਪਿਤਾ ਜੀ ਦੇ ਚੰਗੇ ਨਾਂ ਦੇ ਸਤਿਕਾਰ ਵਜੋਂ। ਸਾਰੀ ਆਉਲ ਵਿੱਚ ਚੱਕਰ ਲਾਉਣ ਤੋਂ ਪਿੱਛੋਂ ਮੈਂ ਆਪਣੇ ਪੈਸੇ ਗਿਣੇ ਤੇ ਆਪਣੇ ਆਪ ਨੂੰ ਕਿਹਾ ਕਿ ਮੈਂ ਹੁਣ ਜੂਏ ਵਿੱਚ ਫਿਰ ਸ਼ਾਮਲ ਹੋ ਸਕਦਾ ਹਾਂ। ਪਰ ਉਹ ਬਦਕਿਸਮਤ ਪੈਸੇ ਵੀ ਬਹੁਤੀ ਦੇਰ ਨਾ ਚੱਲੇ। ਇਸ ਤੋਂ ਛੁੱਟ ਜਿਹੜੀ ਖੇਡ ਅਸੀਂ ਖੇਡ ਰਹੇ ਸਾਂ ਉਸ ਵਿੱਚ ਗੋਡਿਆਂ ਭਰ ਰਿੜ੍ਹਨਾ ਪੈਂਦਾ ਸੀ। ਸ਼ਾਮ ਤੱਕ ਮੇਰਾ ਪਜਾਮਾ ਫਟ ਗਿਆ ਤੇ ਮੋਰੀਆਂ ਵਿੱਚੋਂ ਮੇਰੇ ਨੰਗੇ ਛਿੱਲੇ ਹੋਏ ਗੋਡੇ ਦਿਖਾਈ ਦੇਣ ਲੱਗੇ। ਇੰਨੇ ਚਿਰ ਨੂੰ ਮੇਰੀ ਗੈਰ ਹਾਜ਼ਰੀ ਨੂੰ ਘਰ ਵੀ ਮਹਿਸੂਸ ਕੀਤਾ ਜਾਣ ਲੱਗਾ ਤੇ ਮੇਰੇ ਵੱਡੇ ਭਰਾ ਮੈਨੂੰ ਸਾਰੇ ਪਿੰਡ ਵਿੱਚ ਲੱਭਣ ਲੱਗੇ। ਜਿਨ੍ਹਾਂ ਨੇ ਪੇਖਲੇਵਾਨੀਆਂ ਬਾਰੇ ਮੇਰੀ ਕਹਾਣੀ ਨੂੰ ਮੰਨ ਲਿਆ ਸੀ ਉਹ ਇੱਕ-ਇੱਕ ਕਰਕੇ ਸਾਡੇ ਘਰ ਇਸ ਬਾਰੇ ਹੋਰ ਪਤਾ ਲਾਉਣ ਲਈ ਆਉਣ ਲੱਗੇ। ਮਤਲਬ ਕਿ ਜਦੋਂ ਤੱਕ ਮੈਨੂੰ ਕੰਨਾਂ ਤੋਂ ਚੰਗੀ ਤਰ੍ਹਾਂ ਫੜ ਕੇ ਘਰ ਲਿਆਂਦਾ ਗਿਆ ਉਦੋਂ ਤੱਕ ਮੇਰੇ ਸਾਰੇ ਦਿਨ ਦੀਆਂ ਕਰਤੂਤਾਂ ਦਾ ਸਭ ਨੂੰ ਪਤਾ ਲੱਗ ਚੁੱਕਾ ਸੀ। ਮੈਨੂੰ ਬਕਾਇਦਾ ਪਿਤਾ ਜੀ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਦੇ ਫੈਸਲੇ ਤੋਂ ਜ਼ਿਆਦਾ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਸੀ। ਪਿਤਾ ਜੀ ਨੇ ਮੇਰੇ ਸਿਰ ਤੋਂ ਪੈਰਾਂ ਤੱਕ ਨਜ਼ਰ ਮਾਰੀ। ਮੇਰੇ ਨੰਗੇ ਤੇ ਸੁੱਜੇ ਗੋਡੇ ਮੇਰੇ ਪਜਾਮੇ ਵਿਚਲੇ ਛੇਕਾਂ ਵਿੱਚੋਂ ਇਸ ਤਰ੍ਹਾਂ ਨਿਕਲੇ ਹੋਏ ਸਨ ਜਿਸ ਤਰ੍ਹਾਂ ਖੰਭਾਂ ਨਾਲ ਭਰੇ ਸਿਰਹਾਣੇ ਹੁੰਦੇ ਹਨ ਜਦੋਂ ਉਹ ਸਕਲੀਆ ਦੀਆਂ ਟੁੱਟੀਆਂ ਬਾਰੀਆਂ ਨੂੰ ਬੰਦ ਕਰਨ ਲਈ ਰੱਖੇ ਜਾਂਦੇ ਹਨ। ਇਹ ਕੀ? ਪਿਤਾ ਜੀ ਨੇ ਆਰਾਮ ਨਾਲ, ਜਾਂ ਇੰਜ ਮੈਨੂੰ ਲੱਗਾ, ਪੁੱਛਿਆ। ਮੇਰੇ ਗੋਡੇ? ਮੈਂ ਛੇਕਾਂ ਨੂੰ ਆਪਣੀਆਂ ਤਲੀਆਂ ਨਾਲ ਢੱਕਣ ਦੀ ਕੋਸ਼ਿਸ਼ ਕਰਦਿਆਂ ਕਿਹਾ। ਹਾਂ, ਗੋਡੇ ਹੀ ਨੇ, ਪਰ ਇਹ ਮੈਨੂੰ ਦਿਖਾਈ ਕਿਉਂ ਦਿੰਦੇ ਨੇ? ਤੂੰ ਆਪਣੇ ਪਜਾਮੇ ਵਿੱਚ ਇਸ ਤਰ੍ਹਾਂ ਮੋਰੀਆਂ ਕਿਵੇਂ ਕਰ ਲਈਆਂ? ਮੈਂ ਹੇਠਾਂ ਆਪਣੇ ਪਜਾਮੇ ਵੱਲ ਦੇਖਿਆ ਜਿਵੇਂ ਮੈਂ ਪਹਿਲਾਂ ਉਹਨਾਂ ਨੂੰ ਨਾ ਦੇਖਿਆ ਹੋਵੇ। ਅਜੀਬ ਹੈ, ਝੂਠੇ ਤੇ ਬੁਜ਼ਦਿਲ ਦੀ ਮਾਨਸਿਕ ਅਵਸਥਾ। ਤੁਹਾਨੂੰ ਪਤਾ ਹੈ ਕਿ ਤੁਹਾਡੇ ਵਡੇਰੇ ਸਭ ਕੁਝ ਜਾਣਦੇ ਹਨ, ਜਿਸ ਲਈ ਮਾਸੂਮ ਬਣੇ ਰਹਿਣ ਦਾ ਢੌਂਗ ਵਿਅਰਥ ਹੈ। ਤਾਂ ਵੀ ਤੁਸੀਂ ਉਹਨਾਂ ਦੇ ਸਵਾਲਾਂ ਦੇ ਸਿੱਧੇ ਤੇ ਸੱਚੇ ਜਵਾਬ ਦੇਣ ਤੋਂ ਕੰਨੀ ਕਤਰਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਹਰ ਤਰ੍ਹਾਂ ਦੀਆਂ ਬੇਹੂਦਾ ਗੱਲਾਂ ਘੜਦੇ ਹੋ। ਪਿਤਾ ਜੀ ਦੀ ਆਵਾਜ਼ ਵਿੱਚ ਗੁੱਸੇ ਦਾ ਪ੍ਰਤੱਖ ਅੰਸ਼ ਦਿਖਾਈ ਦੇਣ ਲੱਗਾ। ਬਾਕੀ ਸਾਰਾ ਪਰਿਵਾਰ ਜਾਣਦਾ ਸੀ ਕਿ ਇਸ ਦਾ ਕੀ ਮਤਲਬ ਹੈ, ਸੋ ਉਹ ਮੈਨੂੰ ਬਚਾਉਣ ਲਈ ਬੋੜੇ। ਪਿਤਾ ਜੀ ਨੇ ਉਹਨਾਂ ਨੂੰ ਪਰੇ ਰਹਿਣ ਦਾ ਇਸ਼ਾਰਾ ਕੀਤਾ ਤੇ ਆਪਣਾ ਸਵਾਲ ਦੁਹਰਾਇਆ। ਤਾਂ ਫਿਰ ਦੱਸ, ਤੂੰ ਪਜਾਮਾ ਕਿਵੇਂ ਪਾੜਿਆ? ਸਕੂਲੇ ਕਿੱਲ ਨਾਲ ਅੜ ਗਿਆ ਸੀ। ਇੱਕ ਵਾਰੀ ਫਿਰ ਕਹੋ। ਕਿੱਲ ਨਾਲ? ਕਿੱਥੇ? ਸਕੂਲੇ। ਕਦੋਂ? ਅੱਜ। ਪਿਤਾ ਜੀ ਨੇ ਇੱਕ ਕਾੜ ਕਰਦੀ ਮੇਰੇ ਮੂੰਹ ਉੱਤੇ ਚਪੇੜ ਧਰੀ। ਹੁਣ ਇੱਕ ਵਾਰੀ ਮੁੜ ਕੇ ਦੱਸ ਕਿ ਤੂੰ ਪਜਾਮਾ ਕਿਵੇਂ ਪਾੜਿਆ। ਮੈਂ ਚੁੱਪ ਸਾਂ। ਪਿਤਾ ਜੀ ਨੇ ਇੱਕ ਹੋਰ ਧਰੀ ਦੂਜੀ ਗੱਲ ਉੱਤੇ। ਹੁਣ ਦੱਸ ਮੈਨੂੰ। ਮੈਂ ਉੱਚੀ ਉੱਚੀ ਰੋਣ ਲੱਗ ਪਿਆ। ਰੋਣਾ ਬੰਦ ਕਰ, ਉਹਨਾਂ ਨੇ ਚਾਬੁਕ ਫੜਦਿਆਂ ਹੁਕਮ ਦਿੱਤਾ। ਮੈਂ ਰੋਣਾ ਬੰਦ ਕਰ ਦਿੱਤਾ। ਪਿਤਾ ਜੀ ਨੇ ਚਾਬੁਕ ਹਵਾ ਵਿੱਚ ਹਿਲਾਈ। ਜੇ ਤੂੰ ਇਸੇ ਵਕਤ ਮੈਨੂੰ ਠੀਕ ਨਾ ਦੱਸਿਆ ਕਿ ਕੀ ਹੋਇਆ ਤਾਂ ਮੈਂ ਇਸ ਨਾਲ ਛੰਡਾਂਗਾ। ਮੈਂ ਚਾਬੁਕ ਦੀ ਮਾਰ ਮਹਿਸੂਸ ਕਰ ਸਕਦਾ ਸਾਂ ਜਿਸ ਦੇ ਇੱਕ ਸਿਰੇ ਉੱਤੇ ਗੰਢ ਸੀ। ਚਾਬੁਕ ਦਾ ਡਰ ਸੱਚਾਈ ਦੇ ਡਰ ਨਾਲੋਂ ਵਧੇਰੇ ਤਕੜਾ ਸਿੱਧ ਹੋਇਆ ਤੇ ਮੈਂ ਸਵੇਰ ਤੋਂ ਲੈ ਕੇ
ਜੋ ਕੁਝ ਹੋਇਆ ਸੀ ਇੱਕ ਇੱਕ ਕਰਕੇ ਸਭ ਕੁਝ ਦੱਸ ਦਿੱਤਾ। ਮੁਕੱਦਮਾ ਖਤਮ ਹੋਇਆ, ਪਰ ਪੂਰੇ 3 ਦਿਨ ਮੈਂ ਗੁਆਚਿਆ ਫਿਰਦਾ ਰਿਹਾ। ਸਕਲੀਆ ਵਿੱਚ ਤੇ ਸਕੂਲੇ ਜ਼ਿੰਦਗੀ ਉਹੀ ਸੀ, ਪਰ ਮੈਂ ਉਹੀ ਨਹੀਂ ਸਾਂ। ਮੈਨੂੰ ਪਤਾ ਸੀ ਕਿ ਪਿਤਾ ਜੀ ਨਾਲ ਗੱਲਬਾਤ ਅਜੇ ਹੋਵੇਗੀ। ਮੈਂ ਸੱਚਮੁੱਚ ਚਾਹੁੰਦਾ ਸਾਂ ਕਿ ਇਹ ਹੋ ਜਾਵੇ। ਮੈਂ ਤਹਿ ਦਿਲ ਤੋਂ ਇਸ ਲਈ ਤਰਸਦਾ ਸਾਂ। ਇਹਨਾਂ ਦਿਨਾਂ ਵਿੱਚ ਸਭ ਤੋਂ ਵੱਧ ਮਾੜਾ ਮੈਨੂੰ ਇਹ ਲੱਗਦਾ ਸੀ ਕਿ ਪਿਤਾ ਜੀ ਮੇਰੇ ਨਾਲ ਗੱਲ ਨਹੀਂ ਸਨ ਕਰਦੇ। ਤੀਜੇ ਦਿਨ ਮੈਨੂੰ ਦੱਸਿਆ ਗਿਆ ਕਿ ਪਿਤਾ ਜੀ ਨੇ ਮੈਨੂੰ ਸੱਦਿਆ ਹੈ। ਉਹਨਾਂ ਨੇ ਮੈਨੂੰ ਕੋਲ ਬਿਠਾ ਲਿਆ, ਸਿਰ ਉੱਤੇ ਹੱਥ ਫੇਰਿਆ, ਮੇਰੇ ਸਕੂਲ ਬਾਰੇ ਤੇ ਮੇਰੇ ਨੰਬਰਾਂ ਬਾਰੇ ਪੁੱਛਿਆ ਤੇ ਅਚਾਨਕ ਪੁੱਛਣ ਲੱਗੇ, ਤੈਨੂੰ ਪਤਾ ਹੈ ਮੈਂ ਅਸਲ ਵਿੱਚ ਤੈਨੂੰ ਸਜ਼ਾ ਕਿਸ ਚੀਜ਼ ਦੀ ਦਿੱਤੀ ਸੀ? ਹਾਂ। ਮੈਨੂੰ ਦੱਸ ਕੀ ਕਾਰਨ ਸੀ? ਜੂਆ ਖੇਡਣ ਲਈ? ਨਹੀਂ, ਇਸ ਲਈ ਨਹੀਂ। ਬੱਚੇ ਹੁੰਦਿਆਂ ਕਿਸ ਨੇ ਇੰਜ ਨਹੀਂ ਕੀਤਾ। ਮੈਂ ਕਰਦਾ ਸਾਂ, ਤੇਰੇ ਵੱਡੇ ਭਰਾ ਕਰਦੇ ਸਨ। ਆਪਣਾ ਪਜਾਮਾ ਪਾੜਨ ਲਈ? ਨਹੀਂ, ਪਜਾਮਾ ਪਾੜਨ ਲਈ ਵੀ ਨਹੀਂ। ਬੱਚੇ ਹੁੰਦਿਆਂ ਕਿਸ ਨੇ ਆਪਣਾ ਪਜਾਮਾ ਜਾਂ ਕਮੀਜ਼ ਨਹੀਂ ਪਾੜੀ। ਸ਼ੁਕਰ ਇਹ ਹੈ ਕਿ ਸਾਡੇ ਸਿਰ ਬਚੇ ਰਹੇ ਨੇ। ਤੂੰ ਕੋਈ ਕੁੜੀ ਨਹੀਂ ਕਿ ਸਾਰਾ ਸਮਾਂ ਸੁੰਗੜ ਕੇ ਕਦਮ ਰੱਖੇ। ਸਕੂਲੋਂ ਨੱਠਣ ਲਈ? ਬੇਸ਼ੱਕ ਇਹ ਤੇਰੀ ਇੱਕ ਵੱਡੀ ਗਲਤੀ ਸੀ, ਜਿਸ ਤੋਂ ਤੇਰੀਆਂ ਉਸ ਦਿਨ ਦੀਆਂ ਸਾਰੀਆਂ ਬਦਕਿਸਮਤੀਆਂ ਨਿਕਲੀਆਂ। ਸਕੂਲੋਂ ਨੱਠਣ ਲਈ, ਕੱਪੜੇ ਪਾੜਨ ਲਈ ਤੇ ਜੂਆ ਖੇਡਣ ਲਈ ਤੈਨੂੰ ਖੂਬ ਝੜਕਾਂ ਪੈਣੀਆਂ ਚਾਹੀਦੀਆਂ ਸਨ। ਵੱਧ ਤੋਂ ਵੱਧ ਮੈਂ ਤੇਰੇ ਕੰਨਾਂ ਲਾਗੇ ਇੱਕ ਧਰ ਦਿੰਦਾ, ਪਰ ਮੇਰੇ ਬੇਟੇ ਤੈਨੂੰ ਇਸ ਕਰਕੇ ਸਜ਼ਾ ਮਿਲੀ ਕਿ ਤੂੰ ਝੂਠ ਬੋਲਿਆ ਸੀ। ਝੂਠ ਕੋਈ ਗਲਤੀ ਜਾਂ ਦੁਰਘਟਨਾ ਨਹੀਂ, ਇਹ ਆਚਰਣ ਦਾ ਲੱਛਣ ਹੈ ਜਿਹੜਾ ਡੂੰਘੀਆਂ ਜੜ੍ਹਾਂ ਫੜ ਸਕਦਾ ਹੈ। ਸਾਡੀ ਆਤਮਾ ਦੇ ਖੇਤ ਵਿੱਚ ਇਹ ਇੱਕ ਭਿਆਨਕ ਜੰਗਲੀ ਬੂਟੀ ਹੈ। ਜਿੰਨਾ ਚਿਰ ਤੱਕ ਇਸ ਨੂੰ ਜਲਦੀ ਤੋਂ ਜਲਦੀ ਜੜ੍ਹੋਂ ਨਹੀਂ ਪੁੱਟਿਆ ਜਾਂਦਾ, ਇਹ ਸਾਰੇ ਖੇਤ ਉੱਤੇ ਇਸ ਤਰ੍ਹਾਂ ਛਾ ਜਾਂਦੀ ਹੈ ਕਿ ਚੰਗੇ ਬੀਜਾਂ ਦੇ ਪਲਰਨ ਲਈ ਕੋਈ ਥਾਂ ਵੀ ਨਹੀਂ ਰਹਿੰਦੀ। ਝੂਠ ਬੋਲਣ ਤੋਂ ਜ਼ਿਆਦਾ ਭੈੜੀ ਚੀਜ਼ ਕੋਈ ਨਹੀਂ, ਤੇ ਇਸ ਤੋਂ ਛੁਟਕਾਰਾ ਪਾਉਣਾ ਸਭ ਤੋਂ ਮੁਸ਼ਕਲ ਹੈ। ਜੇ ਤੂੰ ਮੁੜ ਕੇ ਝੂਠ ਬੋਲਿਆ ਤਾਂ ਮੈਂ ਸੱਚਮੁੱਚ ਤੈਨੂੰ ਮਾਰ ਦੇਵਾਂਗਾ। ਹੁਣ ਤੋਂ ਲੈ ਕੇ ਤੈਨੂੰ ਸਿਰਫ ਸੱਚ ਬੋਲਣਾ ਚਾਹੀਦਾ ਹੈ। ਜੇ ਘੋੜੇ ਦੀ ਖੋਰੀ ਵਲਦਾਰ ਹੈ ਤਾਂ ਤੂੰ ਕਹੇਂਗਾ ਕਿ ਇਹ ਵਲਦਾਰ ਹੈ। ਜੇ ਘੋੜੇ ਦੇ ਗਲ ਨੂੰ ਚਿੱਬ ਪਿਆ ਹੋਇਆ ਹੈ ਤਾਂ ਤੂੰ ਕਹੇਂਗਾ ਚਿੱਬ ਪਿਆ ਹੋਇਆ ਹੈ। ਜੇ ਦਰਖਤ ਟੇਢਾ ਹੈ ਤਾਂ ਟੇਢਾ ਹੈ। ਸਮਝਦਾ ਹੈ? ਹਾਂ, ਮੈਂ ਸਮਝਦਾ ਹਾਂ। ਤਾਂ ਫਿਰ ਤੂੰ ਜਾ ਸਕਦਾ ਹੈ। ਮੈਂ ਚਲਾ ਗਿਆ ਤੇ ਮਨ ਵਿੱਚ ਸਹੁੰ ਖਾਧੀ ਕਿ ਫਿਰ ਝੂਠ ਕਦੀ ਨਹੀਂ ਬੋਲਾਂਗਾ। ਬਾਕੀ ਸਭ ਕੁਝ ਤੋਂ ਇਲਾਵਾ ਮੈਨੂੰ ਕੁਝ ਐਸਾ ਵੀ ਲੱਗਦਾ ਸੀ ਕਿ ਜੇ ਇਸ ਗੱਲ ਦੀ ਲੋੜ ਪਈ ਤਾਂ ਪਿਤਾ ਜੀ ਆਪਣੇ ਕਹੇ ਉੱਤੇ ਅਮਲ ਕਰਨ ਦੇ ਤੇ ਮੈਨੂੰ ਜਾਨੋਂ ਮਾਰ ਦੇਣ ਦੇ ਯੋਗ ਸਨ, ਭਾਵੇਂ ਉਹ ਮੈਨੂੰ ਕਿੰਨਾ ਵੀ ਪਿਆਰ ਕਰਦੇ ਸਨ। ਕਈ ਸਾਲ ਮਗਰੋਂ ਮੈਂ ਇਹ ਗੱਲ ਆਪਣੇ ਇੱਕ ਦੋਸਤ ਨੂੰ ਸੁਣਾਈ। ਲੈ, ਮੇਰਾ ਦੋਸਤ ਕੂਕ ਉੱਠਿਆ, ਤੇਰਾ ਕਹਿਣ ਦਾ ਮਤਲਬ ਹੈ ਕਿ ਤੂੰ ਅਜੇ ਵੀ ਆਪਣੇ ਉਸ ਨਿੱਕੇ ਜਿਹੇ ਮਾਸੂਮ ਝੂਠ ਨੂੰ ਨਹੀਂ ਭੁੱਲਿਆ? ਜਿਸ ਦਾ ਜਵਾਬ ਮੈਂ ਦਿੱਤਾ, ਝੂਠ ਝੂਠ ਹੈ, ਸੱਚ ਸੱਚ ਹੈ। ਇਹ ਛੋਟੇ ਜਾਂ ਵੱਡੇ ਨਹੀਂ ਹੋ ਸਕਦੇ। ਜ਼ਿੰਦਗੀ ਵੀ ਹੈ, ਮੌਤ ਵੀ। ਜਦੋਂ ਮੌਤ ਆਉਂਦੀ ਹੈ ਤਾਂ ਜ਼ਿੰਦਗੀ ਨਹੀਂ ਰਹਿੰਦੀ, ਤੇ ਇਸ ਤੋਂ ਉਲਟ ਜਦੋਂ ਤੱਕ ਇੱਕ ਵੀ ਸਾਹ ਬਾਕੀ ਹੈ ਅਜੇ ਮੌਤ ਨਹੀਂ ਆਈ। ਇਹ ਨਾਲੋਂ ਨਾਲ ਨਹੀਂ ਚੱਲ ਸਕਦੀਆਂ। ਇੱਕ ਹੋਵੇ ਤਾਂ ਦੂਜੀ ਨਹੀਂ ਹੁੰਦੀ। ਝੂਠ ਤੇ ਸੱਚ ਦਾ ਵੀ ਇਹੀ ਹਾਲ ਹੈ। ਝੂਠ ਸ਼ਰਮਨਾਕ, ਗੰਦਾ ਤੇ ਘਿਨਾਉਣਾ ਹੈ। ਸੱਚ ਦਾ ਮਤਲਬ ਹੈ ਸਵੱਛਤਾ, ਸੁੰਦਰਤਾ, ਨਿਰਮਲ ਆਕਾਸ਼। ਝੂਠ ਦਾ ਮਤਲਬ ਹੈ ਬੁਜ਼ਦਿਲੀ, ਸੱਚ ਦਾ ਮਤਲਬ ਹੈ ਹਿੰਮਤ। ਜਾਂ ਇੱਕ ਚੀਜ਼ ਹੋ ਸਕਦੀ ਹੈ ਜਾਂ ਦੂਜੀ, ਵਿੱਚ ਵਿਚਾਲੇ ਕੋਈ ਰਾਹ ਨਹੀਂ। ਅੱਜ ਕੱਲ੍ਹ ਜਦੋਂ ਮੈਂ ਝੂਠੇ ਲੇਖਕਾਂ ਦੀਆਂ ਝੂਠੀਆਂ ਕਿਤਾਬਾਂ ਪੜ੍ਹਦਾ ਹਾਂ ਤਾਂ ਮੈਨੂੰ ਆਪਣੇ ਪਿਤਾ ਜੀ ਦੀ ਚਾਬੁਕ ਯਾਦ ਆ ਜਾਂਦੀ ਹੈ। ਕਿੰਨੀ ਲਾਭਕਾਰੀ ਰਹੇਗੀ। ਇਹੋ ਜਿਹੇ ਲੇਖਕਾਂ ਨੂੰ ਕਰੜੇ ਪਰ ਨਿਆਂਈ ਪਿਓ ਦੀ ਕਿੰਨੀ ਲੋੜ ਹੈ, ਜਿਹੜਾ ਨਾਜ਼ੁਕ ਘੜੀ ਉਹਨਾਂ ਨੂੰ ਚੇਤਾਵਨੀ ਦੇਵੇ, ਜੇ ਤੂੰ ਝੂਠ ਬੋਲਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ। ਆਹ, ਜਿਵੇਂ ਕਿ ਸਿਰਫ ਝੂਠ ਨੂੰ ਸਜ਼ਾ ਨਹੀਂ ਮਿਲਦੀ। ਕੀ ਐਸਾ ਨਹੀਂ ਹੁੰਦਾ ਕਿ ਸੱਚ ਨੂੰ ਸਜ਼ਾ ਦਿੱਤੀ ਜਾਂਦੀ ਹੈ? ਕੀ ਇਤਿਹਾਸ ਐਸੇ ਲੋਕਾਂ ਦੀਆਂ ਉਦਾਹਰਨਾਂ ਨਾਲ ਨਹੀਂ ਭਰਿਆ ਹੋਇਆ ਜਿਨ੍ਹਾਂ ਨੇ ਸਿਰਫ ਸੱਚ ਬੋਲਣ ਕਰਕੇ ਤਸੀਹੇ ਝੱਲੇ? ਕੀ ਸੱਚ ਬੋਲਣ ਕਰਕੇ ਨਹੀਂ ਸੀ
ਉਹਨਾਂ ਦੇ ਖਿਲਾਫ ਚਾਬੁਕ ਉਠਾਈ ਗਈ। ਜਦੋਂ ਮੈਂ ਅਜੇ ਬੱਚਾ ਸਾਂ ਤਾਂ ਝੂਠੇ ਲਫ਼ਜ਼ਾਂ ਤੋਂ ਸੱਚੇ ਲਫ਼ਜ਼ਾਂ ਵੱਲ ਜਾਣਾ ਮੇਰੇ ਕੋਲੋਂ ਕਾਫੀ ਦਲੇਰੀ ਦੀ ਮੰਗ ਕਰਦਾ ਸੀ, ਤਾਂ ਵੀ ਇਸ ਤੋਂ ਮੈਨੂੰ ਬੜਾ ਸੁੱਖ ਮਿਲਦਾ ਸੀ। ਸੱਚੇ ਲਫ਼ਜ਼ਾਂ ਨੂੰ ਰੱਦ ਨਾ ਕਰਨ ਲਈ ਹੋਰ ਵੀ ਦਲੇਰੀ ਦੀ ਲੋੜ ਹੁੰਦੀ ਹੈ। ਜੇ ਤੁਸੀਂ ਐਸਾ ਕਰਦੇ ਹੋ ਤਾਂ ਤੁਹਾਨੂੰ ਸੁੱਖ ਨਹੀਂ ਮਹਿਸੂਸ ਹੋਵੇਗਾ, ਸਗੋਂ ਸਭ ਤੋਂ ਵੱਧ ਤਸੀਹਾ ਜ਼ਮੀਰ ਦੀਆਂ ਚੀਸਾਂ ਸਹਿਣੀਆਂ ਪੈਣਗੀਆਂ। ਦਲੇਰ ਲੋਕ ਆਪਣੇ ਵਿਸ਼ਵਾਸ ਨਹੀਂ ਬਦਲਦੇ। ਉਹਨਾਂ ਨੂੰ ਪਤਾ ਹੈ ਕਿ ਜ਼ਮੀਨ ਘੁੰਮਦੀ ਹੈ ਤੇ ਇਹ ਸੂਰਜ ਦੁਆਲੇ ਘੁੰਮਦੀ ਹੈ, ਨਾ ਕਿ ਸੂਰਜ ਧਰਤੀ ਦੁਆਲੇ। ਉਹਨਾਂ ਨੂੰ ਪਤਾ ਹੈ ਕਿ ਰਾਤ ਤੋਂ ਪਿੱਛੋਂ ਪ੍ਰਭਾਤ ਆਉਂਦੀ ਹੈ, ਫਿਰ ਦਿਨ, ਤੇ ਦਿਨ ਤੋਂ ਮਗਰੋਂ ਰਾਤ ਆਉਂਦੀ ਹੈ, ਕਿ ਸਰਦੀਆਂ ਤੋਂ ਮਗਰੋਂ ਬਸੰਤ ਤੇ ਫਿਰ ਗਰਮੀਆਂ ਆਉਂਦੀਆਂ ਹਨ। ਤੇ ਹੁੰਦਾ ਇਹ ਹੈ ਕਿ ਅਖੀਰ ਵਿੱਚ ਜ਼ਮੀਰ ਦੀ ਚਾਬੁਕ, ਮਾਣ ਦੀ ਚਾਬੁਕ ਤੇ ਸੱਚ ਦੀ ਚਾਬੁਕ ਝੂਠੇ ਨੂੰ ਤੇ ਦੰਭੀ ਨੂੰ ਨੀਵਾਂ ਦਿਖਾਉਂਦੀ ਹੈ, ਤੇ ਅਖੀਰ ਵਿੱਚ ਝੂਠ ਦੀ ਸੱਚ ਉੱਪਰ ਕਦੀ ਜਿੱਤ ਨਹੀਂ ਹੁੰਦੀ। ਪਿੰਡ ਦੇ ਪੰਚਾਇਤ ਘਰ ਵਿੱਚ ਸੁਣੀ ਇੱਕ ਗੱਲਬਾਤ। ਸੱਚ ਤੇ ਝੂਠ ਵਿੱਚ ਕਿੰਨਾ ਫਾਸਲਾ ਹੈ? ਇੱਕ ਵੇਰ ਸ਼ੋਕ। ਕਿਉਂ? ਕਿਉਂਕਿ ਤੁਹਾਡੇ ਕੰਨ ਤੇ ਤੁਹਾਡੀ ਅੱਖ ਵਿਚਕਾਰ ਬਿਲਕੁਲ ਇੰਨਾ ਹੀ ਫਾਸਲਾ ਹੈ। ਜੋ ਕੁਝ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹੋ ਉਹ ਸੱਚ ਹੈ, ਜੋ ਕੁਝ ਤੁਸੀਂ ਆਪਣੇ ਕੰਨਾਂ ਨਾਲ ਸੁਣਦੇ ਹੋ ਉਹ ਝੂਠ ਹੈ। ਬੇਸ਼ੱਕ ਇਹ ਠੀਕ ਹੈ, ਯਕੀਨਨ ਕਿਸੇ ਚੀਜ਼ ਨੂੰ ਇੱਕ ਵਾਰੀ ਦੇਖਣਾ ਦੂਜਿਆਂ ਤੋਂ ਇਸ ਬਾਰੇ 100 ਵਾਰੀ ਸੁਣਨ ਨਾਲੋਂ ਜ਼ਿਆਦਾ ਚੰਗਾ ਹੈ, ਪਰ ਲੇਖਕ ਨੂੰ ਸਭ ਸੋਮਿਆਂ ਤੋਂ ਸੱਚ ਦਾ ਪਤਾ ਲਾਉਣਾ ਚਾਹੀਦਾ ਹੈ। ਜੋ ਕੁਝ ਉਸਨੇ ਦੇਖਿਆ ਹੈ ਉਸ ਤੋਂ, ਤੇ ਜੋ ਕੁਝ ਉਸਨੇ ਸੁਣਿਆ ਹੈ ਉਸ ਤੋਂ, ਜੋ ਕੁਝ ਪੜ੍ਹਿਆ ਹੈ ਉਸ ਤੋਂ, ਤੇ ਜੋ ਕੁਝ ਆਪਣੇ ਤਜਰਬੇ ਵਿੱਚੋਂ ਆਇਆ ਹੈ ਉਸ ਤੋਂ। ਲੇਖਕ ਸਿਰਫ ਆਪਣੀਆਂ ਅੱਖਾਂ ਉੱਪਰ ਕਿਵੇਂ ਭਰੋਸਾ ਕਰ ਸਕਦਾ ਹੈ? ਉਹ ਜ਼ਿੰਦਗੀ ਨੂੰ ਆਪਣੀਆਂ ਅੱਖਾਂ ਨਾਲ ਦੇਖਦਾ ਹੈ, ਪਰ ਉਹ ਸੰਗੀਤ ਸੁਣਦਾ ਹੈ ਤੇ ਆਪਣੇ ਦੇਸ਼ ਦਾ ਇਤਿਹਾਸ ਪੜ੍ਹਦਾ ਹੈ। ਦਰਅਸਲ ਕੁਝ ਲੇਖਕ ਆਪਣੀਆਂ ਅੱਖਾਂ ਜਾਂ ਆਪਣੇ ਕੰਨਾਂ ਨੂੰ ਨਹੀਂ, ਸਗੋਂ ਆਪਣੀ ਸੁੰਘਣ ਸ਼ਕਤੀ ਨੂੰ ਪਹਿਲੀ ਥਾਂ ਦਿੰਦੇ ਹਨ। ਲੇਖਕ ਨੂੰ ਮਜ਼ਬੂਤ ਹੱਥਾਂ ਦੀ ਲੋੜ ਹੁੰਦੀ ਹੈ, ਜਿਹੜੇ ਹਰ ਤਰ੍ਹਾਂ ਦਾ ਕੰਮ ਕਰ ਸਕਣ, ਤੇ ਮਜ਼ਬੂਤ ਲੱਤਾਂ ਦੀ ਤੇ ਮਜ਼ਬੂਤ ਦੰਦਾਂ ਦੀ ਲੋੜ ਹੁੰਦੀ ਹੈ। ਜੋ ਕੁਝ ਉਸਨੇ ਦੇਖਿਆ, ਸੁਣਿਆ ਜਾਂ ਪੜ੍ਹਿਆ ਹੈ, ਉਸ ਵਿੱਚੋਂ ਸੱਚ ਨਾਲੋਂ ਝੂਠ ਨੂੰ, ਸੋਨੇ ਨਾਲੋਂ ਸਸਤੀ ਧਾਤ ਨੂੰ, ਕਣਕ ਨਾਲੋਂ ਤੂੜੀ ਨੂੰ ਵੱਖ ਕਰਨ ਦੇ ਯੋਗ ਹੋ ਸਕਣ ਲਈ ਉਸ ਨੂੰ ਬੁੱਧੀ ਤੇ ਗਿਆਨ ਦੀ ਵੀ ਲੋੜ ਹੁੰਦੀ ਹੈ। ਬੁੱਧੀ ਤੋਂ ਬਿਨਾਂ ਤੇ ਗਿਆਨ ਤੋਂ ਬਿਨਾਂ ਬੰਦਾ ਉਸ ਚੀਜ਼ ਉੱਪਰ ਵੀ ਵਿਸ਼ਵਾਸ ਨਹੀਂ ਕਰ ਸਕਦਾ ਜਿਹੜੀ ਉਸ ਦੀਆਂ ਅੱਖਾਂ ਨੇ ਦੇਖੀ ਹੁੰਦੀ ਹੈ। ਕੁਝ ਜਾਹਲ ਪਹਾੜੀਆਂ ਦੇ ਹੱਥ, ਜਿਨ੍ਹਾਂ ਨੇ ਸੋਨਾ ਦੇਖਿਆ ਕਦੀ ਨਹੀਂ ਸੀ ਪਰ ਇਸ ਬਾਰੇ ਬੜਾ ਕੁਝ ਸੁਣ ਰੱਖਿਆ ਸੀ, ਇੱਕ ਭਾਰਾ ਜਿਹਾ ਟਰੰਕ ਲੱਗਾ। ਉਹਨਾਂ ਫੈਸਲਾ ਕੀਤਾ ਕਿਉਂਕਿ ਇਹ ਇੰਨਾ ਭਾਰਾ ਹੈ, ਇਹ ਜ਼ਰੂਰ ਸੋਨੇ ਦਾ ਬਣਿਆ ਹੋਵੇਗਾ। ਉਹਨਾਂ ਨੇ ਆਪਣੀ ਮਾਲੀ ਉੱਤੇ ਲੜਨਾ ਸ਼ੁਰੂ ਕਰ ਦਿੱਤਾ ਤੇ ਇੱਕ ਦੂਜੇ ਨੂੰ ਮਾਰ ਦਿੱਤਾ, ਪਰ ਟਰੰਕ ਤਾਂਬੇ ਦਾ ਬਣਿਆ ਹੋਇਆ ਸੀ। ਕਲਾ ਕੌਸ਼ਲਤਾ ਅੱਗ ਵਾਂਗ ਹੈ, ਪਰ ਮੂਰਖ ਦੇ ਹੱਥਾਂ ਵਿੱਚ ਅੱਗ ਸਾਰਾ ਆਲਾ ਦੁਆਲਾ ਸਾੜ ਕੇ ਸੁਆਹ ਕਰ ਸਕਦੀ ਹੈ। ਸਿਰਫ ਬੁੱਧੀ ਇਸ ਦੀ ਅਗਵਾਈ ਕਰ ਸਕਦੀ ਹੈ। ਬੁੱਧੀ ਸੁੰਦਰਤਾ ਨੂੰ ਵਸ ਵਿੱਚ ਕਰ ਸਕਦੀ ਹੈ, ਜਿਸ ਤਰ੍ਹਾਂ ਯੋਗਤਾ ਵਾਲਾ ਸਵਾਰ ਅਤ ਚੰਚਲ ਘੋੜੇ ਨੂੰ ਵੀ ਕਾਬੂ ਕਰ ਲੈਂਦਾ ਹੈ। ਇੱਕ ਵਾਰੀ 2 ਪਰਬਤ ਵਾਸੀਆਂ ਨੂੰ ਪੁੱਛਿਆ ਗਿਆ, ਤੁਸੀਂ ਕਿਹੜੀ ਚੀਜ਼ ਚੁਣੋਗੇ, ਜਵਾਨੀ ਦਾ ਸੁੰਦਰ ਚਿਹਰਾ ਜਾਂ ਬੁਢਾਪੇ ਦੀ ਸਿਆਣਪ? ਮੂਰਖ ਨੇ ਸੁੰਦਰ ਚਿਹਰੇ ਦੀ ਚੋਣ ਕੀਤੀ ਤੇ ਮੂਰਖ ਹੀ ਰਿਹਾ। ਉਸ ਦੀ ਵਹੁਟੀ ਖੂਬਸੂਰਤ ਮੂਰਖ ਨੂੰ ਛੱਡ ਗਈ। ਚਤੁਰ ਆਦਮੀ ਨੇ ਸਿਆਣਪ ਚੁਣੀ, ਜਿਸ ਨੇ ਉਸ ਨੂੰ ਆਪਣੀ ਪਤਨੀ ਰੱਖਣ ਦੇ ਯੋਗ ਬਣਾਇਆ। ਉਸ ਪਰੀ ਕਹਾਣੀ ਵਿੱਚ ਵੀ ਇਹੋ ਹੋਇਆ ਸੀ, ਜਿਸ ਵਿੱਚ ਨਾਇਕ ਨੇ ਸਿਆਣਪ ਦੀ ਚੋਣ ਕੀਤੀ ਤੇ ਸੁੰਦਰ ਨਾਇਕਾ ਨੂੰ ਸਮੁੰਦਰੀ ਘੋੜੇ ਉੱਤੇ ਬਿਠਾਉਣ ਦੇ ਯੋਗ ਹੋ ਸਕਿਆ। 3 ਭਰਾਵਾਂ, 3 ਰਾਹਾਂ ਤੇ 3 ਸਿਆਣੇ ਸਲਾਹਕਾਰਾਂ ਦੀ ਵੀ ਇੱਕ ਕਹਾਣੀ ਹੈ। ਜਿਸ ਨੇ ਸਲਾਹ ਮੰਨ ਲਈ ਉਹ ਆਪਣੀ ਜਨਮ ਭੂਮੀ ਵਾਪਸ ਪਰਤ ਆਇਆ। ਜਿਸ ਨੇ ਕੋਈ ਪਰਵਾਹ ਨਾ ਕੀਤੀ ਉਸ ਦੀਆਂ ਹੱਡੀਆਂ ਵਿਦੇਸ਼ ਵਿੱਚ ਰੁਲ ਗਈਆਂ। ਉਹ ਪੈਰੀ ਸੁਨਹਿਰੀ ਮੱਛੀ, ਮੈਨੂੰ ਕਲਾ ਕੌਸ਼ਲਤਾ ਦੇ, ਮੈਨੂੰ ਘਾਲਣਾ ਦੇ, ਤੇ ਮੈਨੂੰ ਜਵਾਨੀ ਦਾ ਸੱਚਾ ਤੇ ਉਤਸ਼ਾਹੀ ਦਿਲ ਦੇ, ਤੇ ਬੁਢਾਪੇ ਦੀ ਸੁਲਝੀ ਹੋਈ ਸਿਆਣਪ ਦੇ।
ਉਹ ਰਾਹ ਚੁਣਨ ਵਿੱਚ ਮੇਰੀ ਸਹਾਇਤਾ ਕਰ ਜਿਹੜਾ ਮੇਰੇ ਲਈ ਠੀਕ ਹੈ। ਪਰਵਾਹ ਨਹੀਂ ਜੇ ਪਥਰੀਲਾ, ਢਲਾਵਾਂ ਤੇ ਖਤਰਨਾਕ ਰਾਹ ਹੈ, ਭਾਵੇਂ ਕਿ ਮੈਂ ਨਹੀਂ ਚਾਹਾਂਗਾ ਕਿ ਇਹ ਸੱਪ ਵਾਂਗ ਵਲਵਲੇਵੇਂ ਖਾਂਦਾ ਰਾਹ ਹੋਵੇ। ਸਾਰੇ ਸੱਪ ਕਿਉਂ ਵਿੰਗੇ ਟੇਢੇ ਹੁੰਦੇ ਹਨ? ਪਰਬਤਵਾਸੀ ਪੁੱਛਦੇ ਹਨ ਤੇ ਜਵਾਬ ਦਿੰਦੇ ਹਨ, ਕਿਉਂਕਿ ਜਿਨ੍ਹਾਂ ਖੱਡਾਂ ਤੇ ਦਰਾੜਾਂ ਵਿੱਚੋਂ ਉਹਨਾਂ ਨੂੰ ਰਹਿਣਾ ਪੈਂਦਾ ਹੈ ਉਹ ਵਿੰਗੀਆਂ ਟੇਢੀਆਂ ਹੁੰਦੀਆਂ ਹਨ। ਪਰ ਮੈਂ ਆਦਮੀ ਹਾਂ, ਸੱਪ ਨਹੀਂ, ਤੇ ਮੈਨੂੰ ਉੱਚੀਆਂ ਥਾਵਾਂ, ਸਾਫ਼ ਹਵਾ ਤੇ ਸਿੱਧੇ ਰਾਹ ਪਸੰਦ ਹਨ। ਬਿਮਾਰੀ ਤੇ ਡਰ ਤੋਂ, ਬੋਝਲ ਪ੍ਰਸਿੱਧੀ ਤੋਂ ਤੇ ਉੱਡਣੇ ਖਿਆਲਾਂ ਤੋਂ ਮੇਰੀ ਰਾਖੀ ਕਰ। ਮੈਨੂੰ ਮਦਹੋਸ਼ੀ ਤੋਂ ਬਚਾਈ, ਕਿਉਂਕਿ ਮਦਹੋਸ਼ ਆਦਮੀ ਦੀਆਂ ਨਜ਼ਰਾਂ ਵਿੱਚ ਚੰਗੀ ਚੀਜ਼ 100 ਗੁਣਾ ਚੰਗੀ ਲੱਗਦੀ ਹੈ। ਮੈਨੂੰ ਚੌਕਸੀ ਤੋਂ ਵੀ ਬਚਾਈ, ਕਿਉਂਕਿ ਜਦੋਂ ਬੰਦਾ ਚੌਕਸ ਹੁੰਦਾ ਹੈ ਤਾਂ ਭੈੜੀ ਚੀਜ਼ ਉਸਨੂੰ 100 ਗੁਣਾ ਭੈੜੀ ਦਿਖਾਈ ਦਿੰਦੀ ਹੈ। ਮੈਨੂੰ ਸੱਚ ਦਾ ਐਸਾ ਅਹਿਸਾਸ ਦੇ ਕਿ ਮੈਂ ਵਿੰਗੇ ਟੇਢੇ ਨੂੰ ਵਿੰਗਾ ਟੇਢਾ ਤੇ ਸਿੱਧੇ ਨੂੰ ਸਿੱਧਾ ਕਹਿ ਸਕਾਂ। ਇਹ ਦੁਨੀਆ ਕੋਝੀ ਹੈ, ਗੜਬੜ ਚੌਥ ਦਾ ਘਰ। ਇੱਕ ਸ਼ਾਇਰ ਫਰਮਾਇਆ ਤੇ ਦਮ ਤੋੜ ਗਿਆ ਕਿ ਆਹ ਸੁੰਦਰ ਦੁਨੀਆ ਹੈ। ਦੂਜਾ ਬੋਲਿਆ, ਸ਼ਾਇਰ ਸਿਖਰ ਜਵਾਨੀ ਦੇ ਵਿੱਚ ਦੁਨੀਆ ਛੋੜ ਗਿਆ। ਤੀਜੇ ਨੇ ਦੁਨੀਆ ਨੂੰ ਜਦ ਅਲਵਿਦਾ ਕਹੀ ਤਾਂ ਉਸਦੇ ਨਾਂ ਨੂੰ ਨਾ ਮੌਤ ਵੀ ਮੇਟ ਸਕੀ, ਕਿਉਂਕਿ ਜੀਵਨ ਭਰ ਉਸ ਸੱਚ ਦੀ ਟੇਕ ਲਈ ਉਸਨੇ ਨੇਕ ਨੂੰ ਨੇਕ ਤੇ ਬਦੀ ਨੂੰ ਕਿਹਾ ਬਦੀ। ਕਿਸੇ ਪਹਾੜੀਏ ਨੇ ਆਪਣੀ ਗਾਂ ਨੂੰ ਦੂਜਿਆਂ ਦੀਆਂ ਗਾਈਆਂ ਤੋਂ ਵਿਲੱਖਣ ਕਰਨ ਲਈ ਉਸਨੂੰ ਮੁਰਕੀਆਂ ਪਾ ਦਿੱਤੀਆਂ। ਇੱਕ ਹੋਰ ਪਹਾੜੀਏ ਨੇ ਆਪਣੇ ਘੋੜੇ ਨੂੰ ਗੁਆਂਢੀਆਂ ਦੇ ਘੋੜਿਆਂ ਤੋਂ ਨਖੇੜਨ ਲਈ ਉਸਦੇ ਗਲ ਦੁਆਲੇ ਘੁੰਗਰੂ ਬੰਨ੍ਹ ਦਿੱਤੇ। ਪਰ ਉਹ ਬੜਾ ਕੁਚੱਜਾ ਸੀ, ਜਿਹੜਾ ਰਾਤ ਨੂੰ ਤੇ ਦੂਰੋਂ ਹੀ ਆਪਣੇ ਘੋੜੇ ਨੂੰ ਨਹੀਂ ਪਛਾਣ ਸਕਦਾ। ਇਹ ਹੈ ਮੇਰੀ ਕਿਤਾਬ। ਇਸ ਨੂੰ ਮੁਰਕੀਆਂ, ਘੁੰਗਰੂਆਂ ਜਾਂ ਦੂਜੇ ਸ਼ਿੰਗਾਰਾਂ ਨਾਲ ਸਜਾਉਣ ਦੀ ਮੇਰੀ ਕੋਈ ਇੱਛਾ ਨਹੀਂ। ਮੈਂ ਦੂਜੀਆਂ ਕਿਤਾਬਾਂ ਨਾਲ ਇਸ ਦਾ ਭੁਲੇਖਾ ਨਹੀਂ ਖਾਵਾਂਗਾ, ਭਾਵੇਂ ਉਹ ਮੇਰੀਆਂ ਆਪਣੀਆਂ ਹੋਣ ਜਾਂ ਦੂਜੇ ਲੇਖਕਾਂ ਦੀਆਂ। ਮੈਨੂੰ ਆਸ ਹੈ ਕਿ ਮੇਰੇ ਪਾਠਕ ਵੀ ਭੁਲੇਖਾ ਨਹੀਂ ਖਾਣਗੇ। ਮੈਨੂੰ ਆਸ ਹੈ ਕਿ ਇਸ ਨੂੰ ਜਿਹੜਾ ਵੀ ਕੋਈ ਪੜ੍ਹੇਗਾ ਉਹ ਬਿਨਾਂ ਝਿਜਕਦੇ ਕਹੇਗਾ, ਭਾਵੇਂ ਇਸ ਦੀ ਜਿਲਦ ਗਵਾਚ ਵੀ ਚੁੱਕੀ ਹੋਵੇ, ਕਿ ਇਹ ਤਸਾਦਾ ਔਲ ਦੇ ਹਮਜ਼ਾਦ ਦੇ ਬੇਟੇ ਰਸੂਲ ਦੀ ਲਿਖੀ ਕਿਤਾਬ ਹੈ। ਕਹਾਵਤ ਹੈ, ਦਲੇਰੀ ਇਹ ਨਹੀਂ ਪੁੱਛਦੀ ਕਿ ਪਥਰੀਲੀ ਕੰਧ ਕਿੰਨੀ ਉੱਚੀ ਹੈ। ਸ਼ੁਕਰੀਆ ਦੋਸਤੋ।